ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਰਾਜੀਵ ਭਾਸਕਰ। ਭਾਸਕਰ ਸਾਹਿਬ ਜੀ ਆਇਆਂ। ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਬੜੀ ਤੇਜ਼ੀ ਨਾਲ ਵਾਪਰੇ ਘਟਨਾਕ੍ਰਮ 'ਚ ਨਵਜੋਤ ਸਿੰਘ ਸਿੱਧੂ ਦੇ ਨਾਂ ਦੀ ਜਿਹੜੀ ਆ ਉਹ ਉਪਚਾਰਕ ਘੋਸ਼ਣਾ ਤਾਂ ਨਹੀਂ ਹੁੰਦੀ ਅਜੇ, ਲੇਕਿਨ ਗੈਰ ਰਸਮੀ ਗੱਲਬਾਤ ਦੇ ਵਿੱਚ ਜਿਵੇਂ ਹਰੀਸ਼ ਰਾਵਤ ਨੇ ਉਹਨਾਂ ਦੀ ਪ੍ਰਧਾਨਗੀ ਲਈ ਯੈਸ ਕਰਤੀ ਹੈ, ਇਹਦਾ ਮਤਲਬ ਹੈ ਕਿ ਪੰਜਾਬ ਕਾਂਗਰਸ ਦੇ ਸਾਰੇ ਸਮੀਕਰਨ ਇੱਕਦਮ ਚੇਂਜ ਹੋ ਗਏ। ਇਹ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਆ, ਇਹ ਪ੍ਰਧਾਨਗੀ ਜੇਕਰ ਇਨੀਸ਼ੀਅਲ ਸਟੇਜ ਤੇ ਦੇਖੀਏ ਤਾਂ ਸਾਰਾ ਸ਼੍ਰੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਾਂਦਾ ਦਿਸਦਾ। ਸੁਖਜਿੰਦਰ ਸਿੰਘ ਰੰਧਾਵਾ ਜੇਕਰ ਕੈਪਟਨ ਅਮਰਿੰਦਰ ਸਿੰਘ ਨਾਲ ਉਸ ਕੈਬਨਿਟ ਮੀਟਿੰਗ ਦੇ ਵਿੱਚ ਟੇਢੇ ਨਾ ਹੁੰਦੇ, ਜਿਹਦੇ ਵਿੱਚ ਸੁਨੀਲ ਜਾਖੜ ਵੀ ਅਸਤੀਫਾ ਦੇ ਜਾਂਦੇ ਆ, ਤਾਂ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਇਹ ਜੀਵਨਦਾਨ ਨਾ ਮਿਲਦਾ। ਕਾਂਗਰਸ ਦੇ ਵਿੱਚ ਉਹਨਾਂ ਦੀ ਇਨਿੰਗ ਲਗਭਗ ਮੁੱਕ ਗਈ ਸੀ। ਉਹਨਾਂ ਨੂੰ ਇੱਕ ਵਾਰੀ ਮੌਕਾ ਮਿਲ ਗਿਆ ਤੇ ਉਹ ਮੌਕਾ ਉਹਨਾਂ ਅਪਣਾ ਲਿਆ। ਹੁਣ ਦੇਖਣਾ ਇਹ ਹੈ ਕਿ ਉਹਨਾਂ ਦੇ ਨਾਲ ਜਿਹੜੇ ਦੋ ਪ੍ਰਧਾਨ ਲਾਏ ਜਾ ਰਹੇ ਆ, ਇਹ ਸਮੀਕਰਨ ਕਿਸ ਦਿਸ਼ਾ ਦੇ ਸੂਚਕ ਨੇ। ਇਸੇ ਪੀਰੀਅਡ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਕਾਹਲੀ ਨਾਲ ਤੇਜ਼ੀ ਨਾਲ ਅੱਗੇ ਵੱਧਦੇ ਆ, ਔਰ ਉਹ ਕਹਿੰਦੇ ਆ ਕਿ ਅਸੀਂ ਵੀ 2 ਡਿਪਟੀ ਸੀਐਮ ਲਾਵਾਂਗੇ, ਇੱਕ ਦਲਿਤ ਇੱਕ ਹਿੰਦੂ। ਹੁਣ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਦਲਿਤ ਕਹਿੰਦੇ ਹੋ ਤੇ ਦਲਿਤ ਜਾਂ ਤਾਂ ਸਿੱਖ ਹੈ ਜਾਂ ਹਿੰਦੂ ਹੈ, ਉਹ ਕਿਸੇ ਨਾ ਕਿਸੇ ਤਾਂ ਵਰਗ ਵਿਸ਼ੇਸ਼ ਨਾਲ ਜੁੜਦਾ ਹੀ ਹੈ ਨਾ। ਇਹ ਅਸੀਂ ਵੱਖ-ਵੱਖ ਧਰਾਵਾਂ 'ਚ ਨਹੀਂ ਬਹਿ ਸਕਦੇ। ਸੋ ਇਹ ਇੱਕ ਬੜੀ ਜਿਹੜੀ ਵਿਸੰਗਤੀ ਹੈ ਕਿ ਹਿੰਦੂ ਔਰ ਦਲਿਤ ਔਰ ਸਿੱਖ, ਇਹਨਾਂ ਨੂੰ ਤੁਸੀਂ ਵੱਖਰਾ ਕੇ ਕਿਵੇਂ ਦੇਖੋਗੇ, ਇਹ ਵੀ ਵੱਡਾ ਸਵਾਲ ਆ। ਤੇ ਇਸ ਤੋਂ ਇੱਕ ਕਦਮ ਅੱਗੇ ਵੱਧਦੇ ਆ ਤੇ ਸੋਮ ਪ੍ਰਕਾਸ਼ ਨੇ ਸਾਫ਼ ਲਫ਼ਜ਼ਾਂ 'ਚ ਕਿਹਾ ਕਿ ਕਿਸਾਨ ਹੁਣ ਅੱਗੇ ਆਉਣ, ਬੜੀ ਦੇਰ ਹੋ ਗਈ, ਇਹ ਲੜਾਈ ਮੁਕਾਈਏ। ਔਰ ਕਿਸਾਨਾਂ ਨੇ ਪਾਰਲੀਮੈਂਟ ਮੈਂਬਰਾਂ ਨੂੰ ਕਹਿਤਾ ਕਿ ਭਾਈ ਜਾਂ ਤਾਂ ਪਹਿਲੇ ਸੈਸ਼ਨ 'ਚ ਅੰਦਰ ਜਾ ਕੇ ਸਾਡੀ ਗੱਲ ਰੱਖੋ, ਨਹੀਂ ਤੇ ਬਾਹਰ ਆਓ, ਵੈਲਕਮ ਕਰਾਂਗੇ, ਘੇਰ ਲਾਂਗੇ ਤੁਹਾਨੂੰ। ਸੋ ਸਭ ਤੋਂ ਪਹਿਲਾਂ ਭਾਸਕਰ ਸਾਹਿਬ ਗੱਲ ਸ਼ੁਰੂ ਕਰਦੇ ਆ। ਨਵਜੋਤ ਸਿੰਘ ਸਿੱਧੂ ਆਖਰ ਘੋੜੀ ਚੜ੍ਹ ਗਏ, ਔਰ ਮੈਨੂੰ ਇੰਜ ਲੱਗਿਆ ਕਿ ਸਿੱਧੂ ਦੇਰ ਤੋਂ ਜਿਸ ਤਰੀਕੇ ਨਾਲ ਹਾਸ਼ੀਏ ਤੇ ਸੀ, ਔਰ ਜਿਸ ਤਰੀਕੇ ਨਾਲ ਉਹਨਾਂ ਨੂੰ ਦੁਬਾਰਾ ਇੱਕ ਨਵਾਂ ਜੀਵਨ, ਸਿਆਸੀ ਨਵਾਂ ਜੀਵਨ ਮਿਲਦਾ ਹੈ, ਉਹਦੇ ਵਿੱਚ ਅਗਲਾ ਜਿਹੜਾ ਸਫ਼ਰ ਹੈ ਉਹ ਵੀ ਕੋਈ ਸੌਖਾ ਨਹੀਂ ਹੋਣ ਵਾਲਾ। ਇਹ ਇੱਕ ਬੜਾ ਬਿਖੜਾ ਪੈਂਡਾ ਹੋਊਗਾ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਦਾਰੀ ਐਜ਼ ਅ ਸੀਐਮ ਜੇਕਰ ਬਣੀ ਰਹਿੰਦੀ ਆ ਤੇ ਨਵਜੋਤ ਸਿੰਘ ਸਿੱਧੂ ਲਈ ਹਰ ਪਲ ਪੰਗਾ ਹੋਊਗਾ। ਇਹ ਦੋਵਾਂ 'ਚ ਟਕਰਾਅ ਵੀ ਬਣਦਾ ਰਹੂਗਾ। ਅੱਜ ਦਾ ਜਿਹੜਾ ਇਹ ਗੈਰ ਰਸਮੀ ਹਰੀਸ਼ ਰਾਵਤ ਦਾ ਬਿਆਨ ਆ ਕਿ ਨਵਜੋਤ ਸਿੰਘ ਸਿੱਧੂ ਲਗਭਗ ਪ੍ਰਧਾਨ, ਫਿਰ ਇਹਨੂੰ ਕਿਵੇਂ ਲੈਂਦੇ ਹੋ? ਦੇਖੋ, ਇਹ ਲੜਾਈ ਸਿੱਧੂ ਉਹਨਾਂ ਦੀ ਭਾਵੇਂ 2019 ਦੇ ਵਿੱਚ ਸਿਖਰ ਤੇ ਪਹੁੰਚ ਗਈ ਸੀ, ਜਦ ਉਹਨਾਂ ਨੇ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਬਠਿੰਡਾ ਦੀ ਸਿਆਸੀ ਸਟੇਜ ਤੋਂ 75-25 ਦੀ ਗੱਲ ਪਹਿਲੀ ਵਾਰ ਕੀਤੀ ਸੀ। ਉਸ ਤੋਂ ਪਹਿਲੇ ਵੀ ਸਿੱਧੂ ਉਹਨਾਂ ਕਈ ਵਾਰ ਇਹ ਗੱਲ ਕਹਿ ਚੁੱਕੇ ਸੀ ਕਿ ਮੇਰਾ ਕੈਪਟਨ ਰਾਹੁਲ ਗਾਂਧੀ ਹੈ, ਮੈਂ ਪੰਜਾਬ ਦੇ ਕੈਪਟਨ ਨੂੰ ਆਪਣਾ ਕੈਪਟਨ ਨਹੀਂ ਸਮਝਦਾ। ਔਰ ਉਸ ਤੋਂ ਪਹਿਲੇ ਵੀ ਜਦ ਵੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਬਾਰੇ 'ਚ ਕੋਈ ਗੱਲ ਹੁੰਦੀ ਸੀਗੀ, ਕਿਉਂਕਿ ਜਦ ਉਹਨਾਂ ਦੇ ਪਾਕਿਸਤਾਨ ਜਾਣ ਦੀ ਗੱਲ ਹੋਈ ਤਾਂ ਵੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇਹ ਗੱਲ ਕਹੀ ਸੀ, ਇਹ ਮੁੰਡਾ ਮੇਰੀ ਗੱਲ ਨਹੀਂ ਮੰਨਦਾ, ਮੈਂ ਕੀ ਕਰਾਂ। ਯਾਨੀ ਇਹ ਜਿਹੜੇ ਸਾਰੇ ਐਪੀਸੋਡ ਨੂੰ ਅਗਰ ਕਲੈਕਟ ਕਰਕੇ 2, 2.5, 3 ਸਾਲਾਂ ਦੀ ਲੜਾਈ ਨੂੰ ਇੱਕ ਸਿਰੇ ਤੱਕ ਲੈ ਕੇ ਆਉਣਾ ਅਗਰ ਅਸੀਂ ਲੈ ਕੇ ਆਈਏ, ਤੇ ਸੁਖਜਿੰਦਰ ਰੰਧਾਵਾ ਦੀ ਉਸ ਕੈਬਨਿਟ ਦੇ ਵਿੱਚ ਅਸਤੀਫੇ ਦੀ ਪੇਸ਼ਕਸ਼, ਜਾਖੜ ਉਹਨਾਂ ਦੀ ਤਲਖੀ, ਉਹ ਸਿੱਧੂ ਉਹਨਾਂ ਨੂੰ ਰਾਸ ਆ ਗਈ। ਔਰ ਸਿੱਧੂ ਉਹਨਾਂ ਦੀ ਲੜਾਈ ਜਿਹੜੀ ਭਾਵੇਂ ਉਸ ਟਵੀਟ ਦੇ ਜ਼ਰੀਏ ਪਹਿਲੇ ਸ਼ੁਰੂ ਹੋ ਗਈ ਸੀਗੀ, ਪਰ ਸੁਖਜਿੰਦਰ ਰੰਧਾਵਾ, ਚੰਨੀ ਉਹਨਾਂ ਨੇ, ਹੋਰ ਪ੍ਰਗਟ ਸਿੰਘ ਉਹਨਾਂ ਨੇ ਜਦ ਇਹਨਾਂ ਗੱਲਾਂ ਦਾ ਜ਼ਿਕਰ ਆਪਣੀ ਪ੍ਰੈਸ ਕਾਨਫਰੰਸ ਕਹੀਏ ਜਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੀਤਾ, ਤੇ ਫਿਰ ਸਿੱਧੂ ਉਹਨਾਂ ਦੀ ਲੜਾਈ ਵੀ ਤੇਜ਼ ਹੋ ਗਈ। ਪਰ ਉਹ ਲੜਾਈ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਕਰਨ ਦੇ ਸਟਾਈਲ ਦੇ ਖਿਲਾਫ ਸੀਗੀ। ਉਹ ਲੜਾਈ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਇਨਐਕਸੈਸਿਬਿਲਿਟੀ ਦੇ ਉੱਤੇ ਸੀਗੀ। ਪਰ ਉਹ ਖਤਮ ਕਿੱਥੇ ਹੁੰਦੀ ਹੈ? ਸਿੱਧੂ ਉਹਨਾਂ ਦੀ ਪ੍ਰਧਾਨਗੀ ਤੇ। ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਇਸ਼ੂਜ਼ ਸੀਗੇ, ਜਿਹੜੇ ਪ੍ਰਗਟ ਸਿੰਘ ਉਹਨਾਂ ਦੇ ਇਸ਼ੂਜ਼ ਸੀਗੇ, ਜਾਂ ਚੰਨੀ ਉਹਨਾਂ ਨੇ ਜਿਹੜੇ ਇਸ਼ੂਜ਼ ਰੇਜ਼ ਕੀਤੇ ਸੀਗੇ, ਉਹਨਾਂ ਇਸ਼ੂਜ਼ ਦਾ ਹੱਲ ਹਜੇ ਤੱਕ ਨਹੀਂ ਮਿਲਿਆ। ਕਾਰਨ ਉਹ ਸਾਰੇ ਦੇ ਸਾਰੇ ਇਸ਼ੂਜ਼ ਉਹ 18 ਨੁਕਤੀ ਪ੍ਰੋਗਰਾਮ ਦੇ ਵਿੱਚ ਇਨਕਲੂਡ ਕਰਕੇ ਉਹ ਕੈਪਟਨ ਸਾਹਿਬ ਦੇ ਬਸਤੇ 'ਚ ਪਾ ਦਿੱਤੇ ਗਏ ਵੀ ਛੇਤੀ ਕਿਤੇ ਇਹਨੂੰ ਤੁਸੀਂ ਇੰਪਲੀਮੈਂਟ ਕਰੋ, ਪੂਰਾ ਕਰੋ। ਔਰ ਸਿੱਧੂ ਉਹਨਾਂ ਦੀ ਹਜੇ ਘੋੜੀ ਨਹੀਂ ਚੜ੍ਹੇ। ਠੀਕ ਹੈ ਕਿ ਘੋੜੀ ਚੜ੍ਹ ਗਏ, ਘੋੜੀ ਮੰਗਾ ਲਈ ਹੈ, ਕੱਲ ਪਰਸੋਂ ਚੜ੍ਹ ਵੀ ਜਾਣਗੇ। ਔਰ ਚੜ੍ਹਨ ਤੋਂ ਬਾਅਦ ਉਹ ਘੋੜੀ ਸਿੱਧਾ ਮੋਤੀ ਮਹਿਲ ਵੱਲ ਜਾਏਗੀ ਜਾਂ ਫਿਰ ਸਿਸਮਾ ਫਾਰਮ ਹਾਊਸ। ਕਾਰਨ ਕਿ ਆਹ ਲੜਾਈ ਇੱਕ ਨਵੇਂ ਲੈਵਲ ਤੇ ਜਾ ਰਹੀ ਹੈ। ਹਜੇ ਤੱਕ ਸਿੱਧੂ ਉਹਨਾਂ ਬਿਨਾਂ ਕਿਸੇ ਰਿਸਪੌਂਸਿਬਿਲਿਟੀ ਤੋਂ, ਯਾਨੀ ਉਹ ਇੱਕ MLA ਸੀਗੇ, ਉਹ MLA ਵਜੋਂ ਜੋ ਵੀ ਟਵੀਟ ਕਰਦੇ ਸੀਗੇ, ਉਹਨਾਂ ਟਵੀਟਾਂ ਦਾ ਮੀਡੀਆ ਝੱਟ ਪਕੜ ਕੇ ਇੱਕ ਖਬਰ ਬਣਾਉਂਦਾ ਸੀਗਾ। ਔਰ ਉਸ ਖਬਰ ਦੇ ਉੱਤੇ ਕੈਪਟਨ ਸਾਹਿਬ ਦਾ ਰਿਐਕਸ਼ਨ ਆਉਂਦਾ ਸੀਗਾ। ਇੱਕ ਵਾਰ ਤੇ ਤਲਖੀ ਇਸ ਲੈਵਲ ਤੱਕ ਪਹੁੰਚ ਗਈ ਕਿ ਉਹਨਾਂ ਨੇ ਕਿਹਾ ਵੀ ਸਿੱਧੂ ਵਾਸਤੇ ਮੇਰੇ ਦਰਵਾਜ਼ੇ ਹਮੇਸ਼ਾ ਲਈ ਬੰਦ, ਔਰ ਜੇ ਸਿੱਧੂ 'ਚ ਹਿੰਮਤ ਹੈਗੀ ਹੈ ਤਾਂ ਮੇਰੇ ਸਾਹਮਣੇ ਪਟਿਆਲੇ ਤੋਂ ਆਏ,
ਉਹਦੀ ਜ਼ਮਾਨਤ ਜ਼ਬਤ ਹੋ ਜਾਏਗੀ। ਇੰਨੀ ਤਲਖੀਆਂ ਤੋਂ ਬਾਅਦ ਹੁਣ ਜਿਹੜੀ ਲੜਾਈ ਇੱਕ ਨੈਕਸਟ ਲੈਵਲ ਤੇ ਪਹੁੰਚਣ ਦੀ ਅਸੀਂ ਗੱਲ ਕਰ ਰਹੇ ਹਾਂ, ਸਿੱਧੂ ਉਹਨਾਂ PPCC ਦੇ ਪ੍ਰਧਾਨ, ਕੈਪਟਨ ਅਮਰਿੰਦਰ ਸਿੰਘ ਉਹਨਾਂ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਨੂੰ PPCC ਪ੍ਰਧਾਨ ਹਮੇਸ਼ਾ ਪ੍ਰੋਟੈਕਟ ਕਰਦਾ ਕਿ ਜਿਹੜੇ ਤੀਰ ਅਪੋਜੀਸ਼ਨ ਪਾਰਟੀ ਵੱਲੋਂ ਮੁੱਖ ਮੰਤਰੀ ਵੱਲ ਜਾਂਦੇ ਨੇ, ਉਹਦੇ ਅੱਗੇ PPCC ਪ੍ਰਧਾਨ ਖੜ ਕੇ ਉਹ ਤੀਰ ਆਪਣੀ ਛਾਤੀ ਤੇ ਲੈਂਦਾ ਹੁੰਦਾ, ਜਿਹੜਾ ਇੱਕ ਸਿਸਟਮ ਹੈਗਾ। ਔਰ ਉਹਨਾਂ ਗੱਲਾਂ ਦਾ ਜਵਾਬ PPCC ਪ੍ਰਧਾਨ ਦਿੰਦਾ ਹੁੰਦਾ। ਪਰ ਇੱਥੇ ਹਾਲਾਤ ਦੂਜੇ ਨੇ। ਇਲਜ਼ਾਮ ਲਾਉਣ ਵਾਲਾ ਵੀ PPCC ਪ੍ਰਧਾਨ ਤੇ ਉਹਨਾਂ ਮੁੱਦਿਆਂ ਨੂੰ ਹੱਲ ਕਰਾਉਣ ਵਾਲਾ ਵੀ PPCC ਪ੍ਰਧਾਨ। ਕੈਪਟਨ ਸਾਹਿਬ ਕਿੰਨਾ ਕੁ ਬੋਝ ਮਹਿਸੂਸ ਕਰਨਗੇ ਸਿੱਧੂ ਉਹਨਾਂ ਦੇ PPCC ਪ੍ਰਧਾਨ ਬਣਨ ਤੋਂ ਬਾਅਦ, ਇਹ ਆਉਣ ਵਾਲੇ ਟਾਈਮ ਵਿੱਚ ਦੇਖਣ ਨੂੰ ਮਿਲੇਗਾ। ਭਾਵੇਂ ਹਰੀਸ਼ ਰਾਵਤ ਨੇ ਆਪਣੀ ਗੱਲ ਵਿੱਚ ਇੱਕ ਗੱਲ ਕਹੀ ਹੈ ਕਿ ਸਿੱਧੂ ਉਹਨਾਂ PPCC ਪ੍ਰਧਾਨ ਤੇ ਬਣਨਗੇ, ਪਰ ਸਿੱਧੂ ਉਹਨਾਂ ਨੂੰ ਇਹ ਰਿਸਪੌਂਸਿਬਿਲਿਟੀ ਵੀ ਉਹਨਾਂ ਦੀ ਅਸੀਂ ਪਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਤੁਸੀਂ ਟੀਮ ਵਰਕ ਦੇ ਜ਼ਰੀਏ ਅੱਗੇ ਵਧਦੇ ਹੋ। ਔਰ ਕੈਪਟਨ ਸਾਹਿਬ ਦੇ ਖਿਲਾਫ ਜਿਹੜੀ ਤਲਖੀ ਹੈਗੀ ਹੈ, ਉਹਨੂੰ ਥੋੜਾ ਜਿਹਾ ਮਾੜਾ ਜਿਹਾ ਘੱਟ ਕਰਨਾ ਪਏਗਾ। ਜੋ ਜਿਹੜਾ ਘਾਟਾ ਅਸੀਂ 2-4 ਦਿਨ ਪਹਿਲੇ ਤੋਂ ਦੇਖ ਵੀ ਰਹੇ ਹਾਂ ਕਿ ਹੁਣ ਡਾਇਰੈਕਟ ਅਟੈਕ ਕੈਪਟਨ ਸਾਹਿਬ ਦੇ ਉੱਤੇ ਸਿੱਧੂ ਉਹਨਾਂ ਦੇ ਨਹੀਂ ਹੈ, ਭਾਵੇਂ ਕਦੀ ਅਕਾਲੀ ਦਲ ਤੇ ਕਦੀ ਆਮ ਆਦਮੀ ਪਾਰਟੀ ਉਹਨਾਂ ਦੇ ਨਿਸ਼ਾਨੇ ਤੇ ਹੈਗੀ ਜੀ। ਵੈਸੇ ਤਾਂ ਭਾਸਕਰ ਸਾਹਿਬ, ਪਿਆਰ ਤੇ ਜੰਗ 'ਚ ਸਭ ਜਾਇਜ਼ ਹੁੰਦਾ, ਇਵੇਂ ਹੀ ਸਿਆਸਤ ਵਿੱਚ ਕਹਿੰਦੇ ਸਭ ਜਾਇਜ਼ ਹੁੰਦਾ। ਕੱਲ ਦੇ ਦੁਸ਼ਮਣ ਅੱਜ ਕਦੋਂ ਬਗਲਗੀਰ ਹੋ ਜਾਣ ਕੋਈ ਨਹੀਂ ਜਾਣਦਾ ਹੁੰਦਾ। ਜੇ ਤਾਜਪੋਸ਼ੀ ਦਾ ਪਹਿਲਾਂ ਸੁਨੇਹਾ ਜਿਹਾ ਲਾਤਾ ਪੰਜਾਬ ਦੇ ਲੋਕਾਂ ਨੂੰ, ਤਾਂ ਸ਼ਾਇਦ ਅਗਲੇ 24 ਘੰਟਿਆਂ 'ਚ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੇ ਗੋਡੀ ਹੱਥ ਲਾਉਂਦਿਆਂ ਤੇ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਸਿੱਧੂ ਦੀ ਪਿੱਠ ਤੇ ਐਸੀ ਕੋਈ ਫੋਟੋ ਕੈਪਟਨ ਅਮਰਿੰਦਰ ਸਿੰਘ ਦੇ ਫੇਸਬੁੱਕ ਪੇਜ ਤੋਂ ਜਾਂ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਟੀਮ ਸਿੱਧੂ ਆ ਉਹਦੇ ਵੱਲੋਂ ਛਾਇਆ ਹੋ ਜੇ, ਨਸ਼ਰ ਹੋ ਜੇ, ਕੋਈ ਵੱਡੀ ਗੱਲ ਨਹੀਂ। ਸੰਭਾਵਨਾਵਾਂ ਦੀ ਖੇਡ ਆ ਇਹ ਦੁਨੀਆ। ਮੈਂ ਤਾਂ ਇਹ ਸਮਝਦਾ ਹੈ ਕਿ ਹੁਣ ਅਗਲੀ ਕਵਾਇਦ ਸ਼ਾਇਦ ਇਹ ਹੋਊਗੀ ਕਿ ਇਹਨਾਂ ਨੂੰ ਹੁਣ ਸੇਮ ਪੇਜ ਤੇ ਕਿਵੇਂ ਲਿਆਂਦਾ ਜਾਵੇ। ਦੂਜੀ ਗੱਲ ਇਹ ਵੀ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਪੰਜਾਬ ਦੀ ਤਕਦੀਰ, ਪੰਜਾਬ ਦੇ ਸਿਆਸੀ ਤੇ ਸਮਾਜਿਕ ਹਾਲਾਤ ਵਿੱਚ ਕੋਈ ਤਬਦੀਲੀ ਆਊਗੀ? ਜਿਹੜੇ ਬੁਨਿਆਦੀ ਮੁੱਦੇ ਨੇ ਜਿਨ੍ਹਾਂ 'ਚ ਬੇਅਦਬੀ ਆ, ਨਸ਼ੇ ਆ, ਬਿਜਲੀ ਦੇ ਬਹੁਤ ਜ਼ਿਆਦਾ ਨਾਕਸ ਪ੍ਰਬੰਧ ਔਰ ਬਹੁਤ ਜ਼ਿਆਦਾ ਰੇਟ ਨੇ, ਔਰ ਉਸ ਤੋਂ ਇਲਾਵਾ 2-3 ਹੋਰ ਬਹੁਤ ਵੱਡੇ ਮਸਲੇ ਆ ਜਿਨ੍ਹਾਂ ਦੇ ਵਿੱਚ ਜੇਕਰ ਤੁਸੀਂ ਮਾਈਨਿੰਗ ਤੋਂ ਲੈ ਕੇ ਬਾਕੀ ਮਸਲਿਆਂ ਨੂੰ ਦੇਖੋਗੇ, ਲੀਕੇਜ ਨੂੰ ਦੇਖੋਗੇ, ਰੈਵਨਿਊ ਨੂੰ ਦੇਖੋਗੇ, ਕੀ ਸੱਚਮੁੱਚ ਨਵਜੋਤ ਸਿੰਘ ਸਿੱਧੂ ਦੇ ਭੂਮਿਕਾ ਬਦਲਣ ਨਾਲ ਕੁਝ ਹਾਲਾਤ ਬਦਲਣਗੇ? ਇਹ ਬਹੁਤ ਵੱਡਾ ਸਵਾਲ। ਇੱਕ ਵਾਰੀ ਪ੍ਰਧਾਨਗੀ ਲੈ ਲੈਣੀ ਕੋਈ ਬਹੁਤ ਵੱਡਾ ਮਸਲਾ ਨਹੀਂਗਾ, ਲੇਕਿਨ ਪ੍ਰਧਾਨ ਵਜੋਂ ਸਫਲ ਹੋਣਾ ਇੱਕ ਵੱਡਾ ਮਸਲਾ ਹੈ ਕਿ ਕੀ ਪੰਜਾਬ ਦੇ ਮਸਲਿਆਂ ਨੂੰ ਐਡਰੈਸ ਕਰ ਸਕਣਗੇ। ਦੂਜਾ ਸਵਾਲ ਬਹੁਤ ਅਹਿਮ ਨਾਲ ਮੈਂ ਦੇ ਦਿਆਂ ਤੁਹਾਨੂੰ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਇੱਛਾ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣ ਕੇ ਜੇਤੂ ਹੋ ਕੇ ਨਿਕਲਿਆ, ਤਾਂ ਉਸ ਸਥਿਤੀ 'ਚ ਕੈਪਟਨ ਅਮਰਿੰਦਰ ਸਿੰਘ ਦੀ ਮਾਨਸਿਕਤਾ 'ਚ ਇੱਕ ਹਾਰੇ ਹੋਏ ਜਰਨੈਲ ਦੀ ਸਥਿਤੀ ਤੇ ਨਵਜੋਤ ਸਿੰਘ ਸਿੱਧੂ ਦੇ ਜੇਤੂ ਰੱਥ ਤੇ ਸਵਾਰ ਹੋਣ ਦੇ ਵਿੱਚ ਦੋਨਾਂ ਨੂੰ ਸੇਮ ਪੇਜ ਤੇ ਲਿਆਉਣਾ ਕਿੰਨਾ ਆਸਾਨ ਆ। ਇੱਕ ਹਰਿਆ ਹੋਇਆ ਜਰਨੈਲ, ਦੂਜਾ ਜੇਤੂ ਜਰਨੈਲ, ਤੇ ਦੋਨੇ ਜਰਨੈਲ ਇੱਕੋ ਹੀ ਪੇਜ ਤੇ ਕਿੱਦਾਂ ਦੇ ਲੱਗਣਗੇ ਚਿਹਰਿਆਂ ਤੋਂ, ਬਾਡੀ ਲੈਂਗੁਏਜ ਤੋਂ? ਇਹ ਤਸਵੀਰ ਨੂੰ ਈਵਨ ਇਮੇਜਿਨ ਕਰਨਾ ਵੀ ਬੜਾ ਔਖਾ ਹੈਗਾ ਕਿ ਦੋਨੋਂ ਹੁਣ ਇੱਕ ਪੇਜ ਤੇ ਨਜ਼ਰ ਆਉਣਗੇ। ਸਿੱਧੂ ਉਹਨਾਂ ਦੀ ਪ੍ਰਧਾਨਗੀ ਤੋਂ ਬਾਅਦ ਖਾਸ ਕਰਕੇ ਉਹ ਨੁਕਤੇ ਜਿਹੜੇ ਸਿੱਧੂ ਉਹਨਾਂ ਨੇ ਆਪਣੀ ਇੰਟਰਵਿਊਜ਼ ਦੇ ਵਿੱਚ ਛੱਡੇ ਸੀਗੇ, ਉਠਾਏ ਸੀਗੇ, ਔਰ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਖਿਲਾਫ ਐਲੀਗੇਸ਼ਨ ਲਾਏ ਸੀਗੇ ਔਰ ਹੁੰਕਾਰ ਭਰੀ ਸੀਗੀ। ਤੁਸੀਂ ਸਿੱਧੂ ਉਹਨਾਂ ਦੇ ਉਸ ਇੰਟਰਵਿਊਜ਼ ਦੀ ਗੱਲ ਅਗਰ ਦੇਖਦੇ ਹੋ ਤੇ ਉਹ ਬਾਡੀ ਲੈਂਗੁਏਜ ਬੜੀ ਗੁੱਸੇ ਵਾਲੀ ਸੀਗੀ, ਹੂੰ ਕਰਕੇ ਬੋਲਦੇ ਸੀਗੇ। ਔਰ ਦੋ ਪਰਿਵਾਰਾਂ ਦਾ ਰਾਜ, ਮਿਲੀ ਭੁਗਤ ਦੀ ਰਾਜਨੀਤੀ, 75-25 ਦੀ ਗੱਲ, ਉਹਨਾਂ ਗੱਲਾਂ ਤੋਂ ਬਾਅਦ ਹੁਣ ਸਿੱਧੂ ਉਹਨਾਂ ਔਰ ਕੈਪਟਨ ਉਹਨਾਂ ਸੇਮ ਪੇਜ ਤੇ ਦੇਖੇ ਜਾ ਸਕਦੇ ਆ। ਪਰ ਨਾਲ ਦੇ ਨਾਲ ਤੁਹਾਡੀ ਗੱਲ ਵੀ ਠੀਕ ਹੈ ਕਿ ਪੋਲਿਟਿਕਸ ਦੇ ਵਿੱਚ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਾਫੀ ਵਾਰ ਇੱਦਾਂ ਦਾ ਹੋਇਆ ਹੈ ਕਿ ਧੁਰ ਵਿਰੋਧੀ ਇੱਕੋ ਮੰਚ 'ਚ ਦੇਖੇ ਗਏ ਨੇ, ਚਾਹੇ ਤੁਸੀਂ ਮਾਇਆਵਤੀ ਤੇ ਅਖਿਲੇਸ਼ ਵਾਲੀ ਗੱਲ, ਕਈ ਜਗ੍ਹਾ ਵੋਟ ਵੀ ਹੁੰਦੀ ਹੈ ਪਰ ਉਹ ਇਕੱਠੇ ਹੋ ਕੇ ਫਿਰ ਅਲੱਗ ਹੋ ਗਏ ਸੀਗੇ ਜੀ। ਇਹ ਵੀ ਇੱਕ ਸਟਾਪ ਗੈਪ ਅਰੇਂਜਮੈਂਟ ਜਿਹਾ ਲੱਗਦਾ ਹੈ ਕਿ ਸਿੱਧੂ ਉਹਨਾਂ PPCC ਪ੍ਰਧਾਨ, ਕੈਪਟਨ ਸਾਹਿਬ ਮੁੱਖ ਮੰਤਰੀ ਕੰਟੀਨਿਊ ਰਹਿਣਗੇ। ਹਰੀਸ਼ ਰਾਵਤ ਉਹਨਾਂ ਨੇ ਆਪਣੀ ਗੱਲ ਦੇ ਵਿੱਚ ਇਹ ਗੱਲ ਸਾਫ਼ ਕੀਤੀ ਕਿ ਭਾਵੇਂ 2022 ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਰਹਿਣਗੇ, ਪਰ 2022 ਦੇ ਵਿੱਚ ਅਗਰ ਕਾਂਗਰਸ ਨੂੰ ਜਿੱਤ ਮਿਲਦੀ ਹੈ, ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪ੍ਰਧਾਨ ਮੁੱਖ ਮੰਤਰੀ ਹੋਣਗੇ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ। ਇਸ ਗੱਲ ਦਾ ਜਵਾਬ ਹਰੀਸ਼ ਰਾਵਤ ਉਹਨਾਂ ਦਿੰਦੇ ਨੇ ਵੀ ਇਹ ਪ੍ਰੈਰੋਗੇਟਿਵ ਹਾਈ ਕਮਾਨ ਦਾ ਹੈ। ਉਹ ਨਾ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਹੱਕ 'ਚ ਪੁੱਗਦੇ ਨੇ,
ਨਾ ਉਹ ਕੈਪਟਨ ਅਮਰਿੰਦਰ ਸਿੰਘ ਦੀ ਹੱਕ ਦੀ ਗੱਲ ਕਰਦੇ ਨੇ। ਤੇ ਇਹ ਗੱਲ ਸਾਫ਼ ਹੈ ਕਿ 2022 ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਅੱਗੇ ਚੱਲ ਕੇ ਕਿਹਨੂੰ ਮਿਲਣੀ ਹੈ, ਜੇ ਕਾਂਗਰਸ ਦੀ ਜਿੱਤ ਹੋਣੀ ਹੈ, ਇਹ ਉਸ ਵਕਤ ਹੀ ਡਿਸਾਈਡ ਹੋਏਗਾ। ਪਰ ਵਕਤ ਬੜਾ ਲੰਬਾ ਹੈ, 5 ਤੋਂ 6 ਮਹੀਨੇ। ਇਹਨਾਂ 6 ਮਹੀਨਿਆਂ ਦੇ ਵਿੱਚ ਕੰਮ ਕੈਪਟਨ ਸਾਹਿਬ ਵਾਸਤੇ ਬਹੁਤ ਜ਼ਿਆਦਾ ਹੈ। ਉਹ ਗੱਡੀ ਕਦ ਡਿਰੇਲ ਹੋ ਜਾਏ, ਕਦ ਕੈਪਟਨ ਸਾਹਿਬ ਨੂੰ ਗੁੱਸਾ ਆ ਜਾਏ ਔਰ ਗੁੱਸੇ ਦੇ ਵਿੱਚ ਕੁਝ ਐਦਾਂ ਦੀ ਗੱਲਾਂ ਕਰ ਜਾਣ ਜਿਹਦੇ ਕਰਕੇ ਦੋਨਾਂ ਦਾ ਇਕੱਠੇ ਚੱਲਣਾ ਹੋਰ ਮੁਸ਼ਕਿਲ ਹੋ ਜਾਏ। ਇਹ ਸਿਚੁਏਸ਼ਨ ਆਉਣ ਵਾਲੇ 1-2 ਮਹੀਨੇ ਦੇ ਵਿੱਚ ਅਗਰ ਤੁਹਾਨੂੰ ਦੇਖਣ ਨੂੰ ਮਿਲੇ ਤੇ ਇਹਦੇ ਵਿੱਚ ਕੋਈ ਹੈਰਾਨੀ ਨਹੀਂ ਹੋਏਗੀ, ਕਿਉਂਕਿ ਇਹ ਦੋਨੋਂ ਇੱਕ ਪੇਜ ਤੇ ਪੋਲੀਟੀਕਲ ਐਕਸਪਰਟਸ ਇਹ ਕਹਿੰਦੇ ਨੇ ਕਿ ਨਹੀਂ ਚੱਲ ਸਕਦੇ। ਸਾਨਾਂ ਦੇ ਭੇਡ ਦੇ ਵਿੱਚ ਹੰਡੇ ਹੋਏ ਸਿਆਸਤਦਾਨ ਹਰੀਸ਼ ਰਾਵਤ ਰਗੜੇ ਜਾਂਦੇ ਜਾਂਦੇ ਮਸੀਂ ਬਚੇ। ਉਹਨਾਂ ਨੇ ਆਪਣੇ ਉੱਤਰਾਖੰਡ ਜਿਹੜਾ ਉਹਨਾਂ ਦਾ ਰਾਜ, ਜਿੱਥੇ ਉਹਨਾਂ ਨੇ ਜਾ ਕੇ ਹੁਣ ਇਲੈਕਸ਼ਨ ਦੇ ਵਿੱਚ ਬਤੌਰ ਸੀਐਮ ਫੇਸ ਅੱਗੇ ਵਧਣਾ ਸੀ, ਉਹਨਾਂ ਲਈ ਇਹ ਪ੍ਰੀਖਿਆ ਸੀ। ਹਾਈ ਕਮਾਂਡ ਨੇ ਉਹਨਾਂ ਨੂੰ ਵੱਡੀ ਪ੍ਰੀਖਿਆ 'ਚ ਪਾਤਾ। ਇੱਕ ਤਹੱਮਲ ਵਾਲਾ ਇਨਸਾਨ, ਇੱਕ ਸੰਤੁਲਿਤ ਪਹੁੰਚ ਵਾਲਾ ਇਨਸਾਨ, ਇਹਨਾਂ ਦੋਨਾਂ ਨੇ ਮੈਨੂੰ ਲੱਗਦਾ ਨੱਕ ਰਗੜਨ ਲਾਤਾ। ਦੋਨਾਂ ਦੇ ਤਰਲੇ ਮਾਰ ਉਹ ਹੰਮ ਗਏ। ਅਖੀਰ 'ਚ ਜੇਕਰ ਇਹ ਸਿਰੇ ਚੜ੍ਹਦੀ ਹੈ ਗੱਲ, ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨਾਰਾਜ਼ ਨਹੀਂ ਦਿਖਦੇ, ਫਿਰ ਤਾਂ ਮੈਨੂੰ ਲੱਗਦਾ ਕਿ ਉਹ ਉਹਨਾਂ ਦੀ ਪ੍ਰਾਪਤੀ ਮੰਨੀ ਜਾਊਗੀ। ਲੇਕਿਨ ਜਿਹੜਾ ਮੈਂ ਦੂਜਾ ਮਸਲਾ ਉਠਾਇਆ ਸੀ ਉਹ ਬੜਾ ਅਹਿਮ ਆ ਕਿ ਕੀ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਬਦਲਣ ਨਾਲ ਨਸ਼ਿਆਂ ਦੇ ਮਾਮਲੇ ਖੁੱਲ ਜਾਣਗੇ, ਬੇਅਦਬੀ ਮਾਮਲਿਆਂ ਦੇ ਵਿੱਚ ਕੇਸ ਸਪੀਡ ਅਪ ਹੋ ਜਾਣਗੇ, ਡੇਲੀ ਬੇਸਿਸ ਵਾਲੀਆਂ ਜਿਹਨਾਂ ਨੂੰ ਕਹਿੰਦੇ ਹੁੰਦੇ ਫਾਸਟ ਟਰੈਕ ਅਦਾਲਤਾਂ, ਉਹਨਾਂ 'ਚ ਕੇਸ ਚਲੇ ਜਾਣਗੇ, ਜਿਹੜਾ ਕਾਨੂੰਨ ਵਿਭਾਗ ਆ ਪੰਜਾਬ ਸਰਕਾਰ ਦਾ ਉਹਦੇ 'ਚ ਕੋਈ ਫੇਰ ਬਦਲ ਹੋ ਜਾਣਗੇ, ਅਫਸਰਸ਼ਾਹੀ ਜਿਹੜੀ ਆ ਉਹਦਾ ਕੋਈ ਐਟੀਟਿਊਡ ਬਦਲ ਜਾਊਗਾ, ਜਿਹੜੇ ਇਲਜ਼ਾਮ ਸਿੱਧੂ ਦੇ ਸੀਗੇ ਜਾਂ ਬਾਕੀ ਰੁੱਸੇ ਮੰਤਰੀਆਂ ਦੇ ਸੀ, ਕੀ ਉਹ ਸਭ ਬਦਲ ਜਾਏਗਾ? ਕਿਉਂਕਿ ਮੁੱਖ ਮੰਤਰੀ ਤਾਂ ਬਦਲ ਨਹੀਂ ਰਹੇ। ਮੁੱਖ ਮੰਤਰੀ ਦਾ ਸੁਭਾਅ ਵੀ ਕੁਦਰਤੀ ਤੌਰ ਤੇ ਨਹੀਂ ਬਦਲੂਗਾ, ਤੇ ਮੁੱਖ ਮੰਤਰੀ ਦੀ ਕਾਰਜਸ਼ੈਲੀ ਬਦਲਣ ਲਈ ਕਹਿੰਦੇ ਉਮਰਾਂ ਕਿੱਥੇ ਬਦਲਦਾ ਜੀ ਬੰਦਾ। ਆਦਤਾਂ ਉਹ ਵਾਰਸ ਸ਼ਾਹ ਤਾਂ ਕਹਿੰਦੇ ਹੀ ਆ। ਹੁਣ ਮੇਰੇ ਮੂੰਹ ਕਿਉਂ ਘੁਮਾਉਂਦੇ ਹੋ, ਕੀ ਕਹਿੰਦੇ ਹੋ? ਬਿਲਕੁਲ ਠੀਕ ਕਹਿ ਰਹੇ ਹੋ। ਇਹ ਸਾਰੇ ਮੁੱਦੇ, ਜਿਨ੍ਹਾਂ ਮੁੱਦਿਆਂ ਦਾ ਹੱਲ 4.5 ਸਾਲ ਦੇ ਵਿੱਚ ਬੜੇ ਆਰਾਮ ਨਾਲ ਹੋ ਸਕਦਾ ਸੀਗਾ, ਬਸ ਇੱਕ ਨੀਅਤ ਚਾਹੀਦੀ ਸੀ, ਨੀਤੀ ਨਾਲ ਸੀ। ਪਰ ਉਸ ਨੀਅਤ ਦੀ ਘਾਟ ਕਰਕੇ ਇਹ 4.5 ਸਾਲ ਤੱਕ ਇਹ ਇਸ਼ੂਜ਼ ਸੋਲਵ ਨਹੀਂ ਹੋਏ। ਹੁਣ ਨੀਅਤ ਨੂੰ ਕਿੱਥੋਂ ਖਰੀਦ ਕੇ ਲੈ ਕੇ ਆਉਣਗੇ, ਜਿਹੜੀ 4.5 ਸਾਲ ਤੁਸੀਂ ਕੱਢੀ ਰੱਖੀ, ਤੁਸੀਂ ਉਹਦੀ ਤਰਫ ਧਿਆਨ ਹੀ ਨਹੀਂ ਦਿੱਤਾ। ਪਰ ਚਲੋ ਇੱਕ ਮੌਕਾ ਹੋਰ ਮਿਲਿਆ, ਭਾਵੇਂ 6 ਮਹੀਨੇ ਦੇ ਵਿੱਚ ਐਗਜ਼ਾਮ ਦੇ ਵਿੱਚ ਰੀਅਪੀਅਰ ਹੋਣ ਦਾ ਇੱਕ ਚਾਂਸ ਮਿਲਿਆ। ਉਹਨਾਂ ਚਾਂਸਾਂ ਨੂੰ ਕਿੱਦਾਂ ਅਵੇਲ ਕਰਦੇ ਨੇ ਕੈਪਟਨ ਅਮਰਿੰਦਰ ਸਿੰਘ, ਔਰ ਉਹਨਾਂ ਮੁੱਦਿਆਂ ਦਾ ਹੱਲ ਜਿਨ੍ਹਾਂ ਮੁੱਦਿਆਂ ਦੇ ਉੱਤੇ 4.5 ਸਾਲ ਤੱਕ ਇੱਕ ਇਲਜ਼ਾਮ ਝੇਲ ਕੇ, ਮਿਲੀ ਭੁਗਤ ਦੀ ਰਾਜਨੀਤੀ ਦਾ ਇਲਜ਼ਾਮ ਝੇਲ ਕੇ ਤੁਸੀਂ ਚੱਲਦੇ ਰਹੇ ਹੋ। ਅੱਜ ਅਚਾਨਕ ਤੁਹਾਡਾ ਐਟੀਟਿਊਡ, ਮਾਈਂਡ ਔਰ ਨੇਚਰ, ਇਹ ਸਾਰੀ ਚੇਂਜ ਕਿੱਦਾਂ ਹੋ ਜਾਣਗੀਆਂ? ਬੜਾ ਔਖਾ ਕੰਮ ਹੈ। ਪਰ ਦੇਖੋ, ਸਿਆਸਤ ਸਭ ਕੁਝ ਕਰਾ ਸਕਦੀ ਹੈ। ਸਿਆਸਤ ਦੇ ਵਿੱਚ ਜਦ ਕੁਰਸੀ ਜਾਂਦੀ ਹੋਈ ਨਜ਼ਰ ਆਉਂਦੀ ਹੈ ਤੇ ਫਿਰ ਉਸ ਕੁਰਸੀ ਨੂੰ ਸਾਂਭਣ ਵਾਸਤੇ ਬੰਦਾ ਕੁਝ ਵੀ ਕਰ ਸਕਦਾ ਹੈ। ਤੇ ਇਹੀ ਉਮੀਦ ਕੈਪਟਨ ਸਾਹਿਬ ਤੋਂ ਅਸੀਂ ਕਰਦੇ ਹਾਂ ਕਿ ਘੱਟ ਤੋਂ ਘੱਟ ਆਪਣੀ ਕੁਰਸੀ ਬਚਾਉਣ ਵਾਸਤੇ ਉਹਨਾਂ ਮੁੱਦਿਆਂ ਦਾ ਹੱਲ ਆਉਣ ਵਾਲੇ 2-4 ਮਹੀਨਿਆਂ ਦੇ ਵਿੱਚ, ਚਾਹੇ ਇੱਕ ਤਰੀਕੇ ਨਾਲ ਸਿੰਬੋਲਿਕ ਤਰੀਕੇ ਨਾਲ ਹੀ ਕਰ ਦੇਣ, ਪਰ ਉਹਨਾਂ ਨੂੰ ਕਰਨਾ ਤੇ ਪਏਗਾ। ਨਹੀਂ ਤੇ ਫਿਰ ਸਿੱਧੂ ਐਜ਼ PPCC ਪ੍ਰਧਾਨ ਆਪਣੇ ਤੀਰ ਚਲਾਉਂਦਾ ਰਹੇਗਾ, ਔਰ ਉਹ ਤੀਰ ਕਿਸੇ ਨਾ ਕਿਸੇ ਜਗ੍ਹਾ ਤੁਹਾਡੇ ਥੱਲੇ ਦੀ ਕੁਰਸੀ ਜਾਂ ਕੁਰਸੀ ਦੀ ਟੰਗ ਤੋੜ ਦੇ। ਜੀ, ਕੁਦਰਤੀ ਹੈ। ਜਿਹੜੇ ਉਹ ਤੀਰ ਨੇ ਉਹ ਆਪਣਿਆਂ ਵੱਲ ਹੀ ਸੇਧਤ ਹੋਣਗੇ। ਦੂਜਾ ਸਵਾਲ ਆ ਕਿ ਕਾਲੀ ਦੇ ਵਿੱਚ ਇਸੇ ਦੌਰ 'ਚ ਜਦੋਂ ਕਾਂਗਰਸ ਦਾ ਪ੍ਰਧਾਨ ਸਿੱਧੂ ਨੂੰ ਬਣਾਉਣ ਦੀ ਗੱਲ ਤੇ ਨਾਲ 2 ਕਾਰਜਕਾਰੀ ਪ੍ਰਧਾਨ ਲਾਉਣ ਦੀ ਗੱਲ, ਹਿੰਦੂ ਤੇ ਦਲਿਤ ਜਿਹੜੀ ਗੱਲ ਹੋ ਰਹੀ ਹੈ, ਤੇ ਆਨੰਦ ਫਾਨਨ 'ਚ ਕਾਲੀ 'ਚ ਸੁਖਬੀਰ ਸਿੰਘ ਬਾਦਲ ਵੀ ਸਾਹਮਣੇ ਆ ਗਏ ਤੇ ਉਹਨਾਂ ਨੇ ਵੀ ਕਹਿਤਾ ਕਿ ਮੈਂ 2 ਡਿਪਟੀ CM ਲਾਉਂਗਾ, ਇੱਕ ਦਲਿਤ ਔਰ ਇੱਕ ਹਿੰਦੂ। ਹੁਣ ਇਹਦੇ 'ਚ ਮੈਨੂੰ ਪਿੱਛੇ ਜਦੋਂ ਇੱਕ ਵਾਰੀ ਮੈਂ ਗੱਲ ਕਰਦਾ ਸੀ, ਮੈਨੂੰ ਸਰਦਾਰ ਤਰਲੋਚਨ ਸਿੰਘ ਜਿਹੜੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਔਰ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਰਹੇ ਨੇ, ਉਹ ਮੈਨੂੰ ਕਹਿਣ ਲੱਗੇ, ਕਹਿੰਦੇ ਤੁਸੀਂ ਕਦੇ ਅੰਦਾਜ਼ਾ ਲਾਉਂਦੇ ਹੋ ਕਿ 50% ਤੋਂ ਥੋੜ੍ਹੇ ਜਿਹੇ ਜ਼ਿਆਦਾ ਸਿੱਖ ਆ ਤੇ 50% ਤੋਂ ਥੋੜ੍ਹੇ ਜਿਹੇ ਘੱਟ ਹਿੰਦੂ ਆ। ਮੈਂ ਕਿਹਾ ਜੀ ਫਿਰ ਜਿਹੜੇ ਇਹ ਦਲਿਤ ਨੇ 33% ਤੱਕ ਇਸ ਵਾਰੀ ਜਨਗਣਨਾ 'ਚ ਸ਼ਾਇਦ ਕਹਿੰਦੇ ਉਹਨਾਂ ਦੀ ਆਬਾਦੀ ਹੈਗੀ ਆ, ਕਹਿੰਦੇ ਤੁਸੀਂ ਇੱਥੇ ਟਪਲਾ ਖਾਂਦੇ ਹੋ ਸਾਰੇ, ਕਿ ਉਹ ਜਿਹੜੇ ਬਾਕੀ ਲੋਕ ਆ ਉਹ ਕਿਸੇ ਨਾ ਕਿਸੇ ਧਰਮਾਂ ਦੀ ਵਲਗਣ ਦੇ ਵਿੱਚ ਇਹਨਾਂ ਦੋਨਾਂ ਦੇ ਵਿੱਚ ਹੀ ਸ਼ਾਮਲ ਹੋ ਜਾਂਦੇ ਆ, ਜਾਂ ਬਾਕੀ ਕ੍ਰਿਸਚਨ ਆ ਗਏ ਜਾਂ ਬਾਕੀ ਉਹ ਧਰਮ ਅਲੱਗ ਚੀਜ਼ ਆ। ਸੋ ਇਹ ਜਦੋਂ ਹਿੰਦੂ ਤੇ ਦਲਿਤ ਤੇ ਬਾਕੀ ਗੱਲਾਂ ਕੀਤੀਆਂ ਜਾਂਦੀਆਂ, ਉਦੋਂ ਇਹ ਪਤਾ ਨਹੀਂ ਸਮੀਕਰਨ ਕਿਹੋ ਜਿਹੇ ਸਿਆਸਤਦਾਨ ਵਰਤਦੇ, ਜਾਂ ਜਿਵੇਂ ਆਮ ਸਾਡੇ ਵਰਗੇ ਅਣਜਾਣ ਵਰਤੀ ਜਾਂਦੇ ਆ, ਇਹ ਵੀ ਉਸੇ ਹੀ ਵਹਿਣ 'ਚ ਬਹਿ ਜਾਂਦੇ। ਸੋ ਸੁਖਬੀਰ ਬਾਦਲ ਦਾ ਤੁਰੰਤ ਪ੍ਰਭਾਵ ਨਾਲ ਖੇਡਿਆ ਇਹ ਨਵਾਂ ਪੱਤਾ। ਪਹਿਲਾਂ ਉਹਨਾਂ ਨੇ ਦਲਿਤ ਕਿਹਾ ਸੀ, ਹੁਣ ਹਿੰਦੂ ਵੀ ਕਹਿ ਦਿੱਤਾ। ਸ਼ਹਿਰੀ ਵੋਟ ਨੂੰ ਫੋਕਸ ਕਰ ਰਹੇ ਆ। ਭਾਜਪਾ ਦਾ ਜਿਹੜਾ ਵੋਟ ਬੈਂਕ ਸੀ ਉਹਦੇ ਤੇ ਵੀ ਉਹ ਜਾ ਰਹੇ ਆ ਕਿ ਕਿਤੇ ਨਾ ਹੋਵੇ ਕਿ ਉਹ ਸਾਰੀ ਖੁਰ ਜਾਏ
ਤੇ ਜਿਹੜੀਆਂ ਸ਼ਹਿਰੀ ਸੀਟਾਂ ਉਹਨਾਂ ਤੋਂ ਹੱਥ ਧੋਣਾ ਪੈ ਜੇ। ਸੋ ਇਹਨੂੰ ਕਿਵੇਂ ਲੈ ਰਹੇ ਹੋ? ਦੇਖੋ, ਤਕਰੀਬਨ ਸਾਰੀ ਪੋਲੀਟੀਕਲ ਪਾਰਟੀਆਂ ਧਰਮ ਦੀ ਰਾਜਨੀਤੀ ਕਰਨੀ ਸ਼ੁਰੂ ਹੋ ਗਈਆਂ। ਗੱਲ ਪੀਪੀਸੀਸੀ ਪ੍ਰਧਾਨ ਦੀ ਸੀਗੀ, ਸਿੱਧੂ ਉਹਨਾਂ ਨੂੰ ਬਣਾਇਆ ਜਾ ਰਿਹਾ ਸੀਗਾ, 2 ਰਾਈਡਰ ਲਾਤੇ ਕਿ ਵੀ ਇੱਕ ਹਿੰਦੂ ਤੇ ਦੂਜਾ ਇੱਕ ਦਲਿਤ ਕਮਿਊਨਿਟੀ ਤੋਂ ਐਕਟਿੰਗ ਪ੍ਰੈਜ਼ੀਡੈਂਟ ਲਾਇਆ ਜਾਏਗਾ। ਔਰ ਉਹਨਾਂ ਦੇ ਨਾਂ ਵੀ ਸਾਹਮਣੇ ਆਏ ਨੇ ਕਿ ਜਿਹੜੇ ਹਿੰਦੂ ਹੈਗੇ ਨੇ ਉਹ ਵਿਜੇਂਦਰ ਸਿੰਗਲਾ ਹੈਗੇ, ਔਰ ਭਾਵੇਂ ਉਹਨਾਂ ਨੂੰ ਮੰਤਰਾਲਿਆ ਛੱਡਣ ਦਾ ਡਰ ਸਤਾ ਰਿਹਾ ਹੋਏ, ਔਰ ਕਿਹਾ ਇਹ ਵੀ ਜਾਂਦਾ ਹੈ ਕਿ ਉਹ ਕੋਈ ਬਹੁਤੇ ਸ਼ੌਂਕ ਨਹੀਂ ਰੱਖਦੇ, ਬਹੁਤੀ ਉਹਨਾਂ ਦੀ ਇੱਛਾ ਨਹੀਂ ਹੈ ਐਕਟਿੰਗ ਪ੍ਰਧਾਨ ਬਣਨ ਦੀ, ਕਾਰਨ ਕਿ ਉਹਨਾਂ ਨੂੰ ਮੰਤਰੀ ਪਦ ਗਵਾਉਣਾ ਪੈ ਸਕਦਾ ਹੈ। ਦੂਜੇ ਪਾਸੇ MP ਜਿਹੜੇ ਜਲੰਧਰ ਦੇ ਹੈਗੇ ਨੇ, ਚੌਧਰੀ ਸੰਤੋਖ ਸਿੰਘ, ਉਹਨਾਂ ਦਾ ਨਾਂ ਚੱਲਦਾ ਹੈ, ਪਰ ਚਲੋ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੈਗਾ PPCC ਦੇ ਐਕਟਿੰਗ ਪ੍ਰੈਜ਼ੀਡੈਂਟ ਬਣਨ ਦਾ। ਉਹਨਾਂ ਦੀ ਗੱਡੀ ਦੇ ਵਿੱਚ 1-2 ਝੰਡੀ ਹੋਰ ਜ਼ਰੂਰ ਲੱਗ ਜਾਏਗੀ। ਪਰ ਅਗਲੇ ਪਾਸੇ ਸੁਖਬੀਰ ਬਾਦਲ ਦੀ ਗੱਲ ਕਰੀਏ, ਪਹਿਲੇ ਉਹਨਾਂ ਨੇ ਕਿਹਾ ਸੀਗਾ ਵੀ ਦਲਿਤ ਉਪ ਮੁੱਖ ਮੰਤਰੀ ਆਏਗਾ। ਉਪ ਮੁੱਖ ਮੰਤਰੀ ਕਿਉਂ? ਕਿਉਂਕਿ ਮੁੱਖ ਮੰਤਰੀ ਤੇ ਐਤਕੀ ਉਹਨਾਂ ਨੇ ਆਪ ਬਣਨਾ ਹੈ, ਔਰ ਉਪ ਮੁੱਖ ਮੰਤਰੀ ਦਲਿਤ ਹੋਏਗਾ। ਲੇਕਿਨ ਕਾਂਗਰਸ ਦਾ ਜਿਹੜੇ ਸਟਾਈਲ ਦੇਖਦੇ ਹੋਏ ਕਿ ਵੀ ਹਿੰਦੂ ਔਰ ਦਲਿਤ PPCC ਜਿਹੜੇ ਐਕਟਿੰਗ ਪ੍ਰੈਜ਼ੀਡੈਂਟ ਲਾਏ ਜਾ ਰਹੇ ਨੇ, ਉਸ ਤੋਂ ਬਾਅਦ ਅੱਜ ਉਹਨਾਂ ਨੇ ਵੀ ਇੱਕ ਦਾਅਵ ਖੇਡਿਆ ਕਿ ਇੱਕ ਹਿੰਦੂ ਤੇ ਇੱਕ ਦਲਿਤ ਅਗਰ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤੇ ਉਹਦੇ ਵਿੱਚ ਉਪ ਮੁੱਖ ਮੰਤਰੀ ਹੋਣਗੇ। 2-4 ਦਿਨ, ਹਫ਼ਤਾ 10 ਦਿਨ ਜਾਂ ਮਹੀਨਾ ਤੁਸੀਂ ਹੋਰ ਠਹਿਰ ਜਾਓ, ਇੱਕ ਕ੍ਰਿਸਚਨ ਵੀ ਉਪ ਮੁੱਖ ਮੰਤਰੀ ਹੋ ਸਕਦਾ ਹੈ ਤੇ ਬਾਕੀ ਇੱਕ ਮੁਸਲਿਮ ਵੀ ਹੋ ਸਕਦਾ ਹੈ। ਤੇ ਜਿਹੜੇ ਸਾਰੇ ਧਰਮ ਜਿਹੜੇ ਛੁੱਟ ਗਏ ਨੇ, ਉਹਨਾਂ ਦੇ ਵੀ ਸੁਖਬੀਰ ਬਾਦਲ ਉਹਨਾਂ ਦੀ ਕੋਸ਼ਿਸ਼ ਹੋਏਗੀ, ਭਾਵੇਂ ਉਹਨਾਂ ਦੇ ਹੱਥ 'ਚ 5000 ਵੋਟਾਂ ਹੋਣ, 10000 ਵੋਟਾਂ ਹੋਣ, ਪਰ ਉਪ ਮੁੱਖ ਮੰਤਰੀ ਬਣਾਉਣ ਨੂੰ ਸੁਖਬੀਰ ਬਾਦਲ ਉਹਨਾਂ ਤਿਆਰ ਹੋਣਗੇ। ਇਹ ਤੇ ਹਜੇ ਕਹਾਣੀ ਸ਼ੁਰੂ ਹੋਈ ਹੈ, ਜਿੱਦਾਂ ਆਪਾਂ ਪੰਜਾਬੀ 'ਚ ਕਹਿੰਦੇ ਆ ਜਾਂ ਹਿੰਦੀ 'ਚ ਕਹਿੰਦੇ ਆ, ਅਭੀ ਤਾਂ ਪਾਰਟੀ ਸ਼ੁਰੂ ਹੋਈ ਹੈ, ਅੱਗੇ ਚੱਲ ਕੇ ਦੇਖੋ ਕੀ ਹੁੰਦਾ। ਜੀ, ਅੱਛਾ, ਮੈਂ ਇੱਥੇ ਥੋੜਾ ਜਿਹਾ 2 ਕਦਮ ਹੋਰ ਅੱਗੇ ਜਾਣਾ ਚਾਹੂੰਗਾ। ਇਹ ਜਦੋਂ ਇੱਕ ਧਿਰ ਨੂੰ ਇਹ ਬਿਲਕੁਲ ਹੀ ਇਗਨੋਰ ਕਰ ਰਹੇ ਆ ਸਾਰੇ, ਕਿਸਾਨੀ ਦੀ ਧਿਰ ਅਜੇ ਕਮਜ਼ੋਰ ਨਹੀਂ ਪਈ, ਜਿਸ ਤਰੀਕੇ ਨਾਲ ਪੋਲੀਟੀਸ਼ੀਅਨਸ ਨੇ ਆਂਕਣਾ ਸ਼ੁਰੂ ਕਰਤਾ ਉਹਨਾਂ ਨੂੰ। ਕਿਸਾਨਾਂ ਨੇ ਵੀ ਇੱਕ ਜ਼ੋਰਦਾਰ ਹਮਲਾ ਬੋਲਿਆ, ਮੈਂਬਰ ਪਾਰਲੀਮੈਂਟ ਸਾਰੇ ਦੇ ਸਾਰੇ ਉਹਨਾਂ ਨੂੰ ਕਹਿਤਾ ਵੀ ਜਾਂ ਤਾਂ ਕਿਸਾਨੀ ਦੀ ਗੱਲ ਪਾਰਲੀਮੈਂਟ 'ਚ ਕਰੋ, ਨਹੀਂ ਤਾਂ ਫਿਰ ਤਿਆਰ ਹੋ ਜਾਓ, ਵਿਰੋਧ ਸਾਡਾ ਤੁਹਾਨੂੰ ਪਤਾ ਹੀ ਕਿਹੋ ਜਿਹਾ ਹੁੰਦਾ, ਘੇਰ ਕੇ ਰੱਖ ਲਾਂਗੇ। ਦੂਜਾ, ਜਦੋਂ ਸੋਮ ਪ੍ਰਕਾਸ਼ ਜਿਹੜੇ ਕਿ ਕੇਂਦਰੀ ਮੰਤਰੀ ਆ ਪੰਜਾਬ ਵੱਲੋਂ, ਕੇਂਦਰ ਦੇ ਵਿੱਚ ਸਾਡੇ ਪ੍ਰਤੀਨਿਧ ਨੇ, ਉਹਨਾਂ ਨੇ ਵੀ ਥੋੜਾ ਜਿਹਾ ਪੋਜ਼ਿਟਿਵਿਟੀ ਦਿਖਾਈ ਆ ਕਿ ਕਿਸਾਨ ਹੁਣ ਬਹੁਤ ਦੇਰ ਹੋ ਗਈ ਗੱਲਬਾਤ ਲਈ ਅੱਗੇ ਵਧਣ। ਸ਼ਾਇਦ ਸੋਮ ਪ੍ਰਕਾਸ਼ ਜੀ ਭੁੱਲ ਗਏ ਕਿ ਕਿਸਾਨਾਂ ਨੇ ਬਿਨਾਂ ਸ਼ਰਤ ਗੱਲਬਾਤ ਦੀ ਪੇਸ਼ਕਸ਼ ਆਲਰੇਡੀ ਕੀਤੀ ਹੋਈ ਆ ਪੱਤਰ ਲਿਖ ਕੇ। ਹੁਣ ਜੇ ਇਹਦੇ 'ਚ ਸਰਕਾਰ ਕਾਨੂੰਨ ਵਾਪਸ ਨਾ ਲੈਣ ਦੀ ਸ਼ਰਤ ਨਾ ਰੱਖੇ ਤੇ ਗੱਲਬਾਤ ਅੱਗੇ ਵਧਾਏ ਤਾਂ ਸ਼ਾਇਦ ਕਿਸੇ ਕਾਮਨ ਮਿਨੀਮਮ ਪ੍ਰੋਗਰਾਮ ਤੇ ਇਕੱਠੇ ਹੋ ਸਕਣ। ਗੱਲ ਸੋਮ ਪ੍ਰਕਾਸ਼ ਨੂੰ ਵਿੱਚ ਪੈ ਕੇ ਕਰਨੀ ਚਾਹੀਦੀ ਆ। ਕੀ ਕਹਿੰਦੇ ਹੋ? ਮੈਂਬਰ ਪਾਰਲੀਮੈਂਟ ਜੇਕਰ ਗੱਲ ਨਹੀਂ ਕਰਨਗੇ ਤੇ ਕਿਸਾਨਾਂ ਦੇ ਘੇਰੇ 'ਚ ਆਉਣਗੇ, ਤੇ ਸੋਮ ਪ੍ਰਕਾਸ਼ ਮੈਨੂੰ ਲੱਗਦਾ ਹੈ ਕਿ ਜੇ ਵਿਚੋਲੇ ਦੀ ਭੂਮਿਕਾ ਨਿਭਾਉਣ ਤਾਂ ਇਹ ਮਸਲਾ ਹੱਲ ਹੋਣ ਵੱਲ ਅੱਗੇ ਵੱਧ ਸਕਦਾ ਹੈ। ਤਕਰੀਬਨ 8 ਮਹੀਨੇ ਹੋ ਗਏ ਨੇ ਕਿਸਾਨ ਸੜਕਾਂ ਤੇ ਹੈ, ਔਰ ਕਿਸਾਨਾਂ ਦੀ ਬੀਜੇਪੀ ਨੂੰ ਬਹੁਤੀ ਕੋਈ ਪਰਵਾਹ ਲੱਗਦੀ ਨਹੀਂ, ਕਿਉਂਕਿ ਉਹ ਉਹਨਾਂ ਦੀ ਪੇਸ਼ੈਂਸ ਨੂੰ ਟੈਸਟ ਕਰਦੇ ਪਏ ਨੇ। ਉਹ ਚਾਹੁੰਦੇ ਨੇ ਕਿ ਵੀ ਕਿਸਾਨ ਜਦ ਪ੍ਰਧਾਨ ਮੰਤਰੀ ਗੱਲ ਕਰਦੇ ਨੇ ਕਿਸਾਨੀ ਦੀ ਜਾਂ ਕਿਸਾਨਾਂ ਦੀ, ਉਹ ਕਹਿੰਦੇ ਨੇ ਮੈਂ ਇੱਕ ਫੋਨ ਕਾਲ ਅਵੇ ਆ, ਯਾਨੀ 1 ਮਿੰਟ ਦੇ ਵਿੱਚ ਇੱਕ ਮੈਨੂੰ ਫੋਨ ਕਰਨ, ਮੈਂ ਗੱਲਬਾਤ ਵਾਸਤੇ ਤਿਆਰ ਹਾਂ। ਪਰ ਉੱਥੇ ਉਹ ਆਪਣਾ ਨੰਬਰ ਦੇਣਾ ਭੁੱਲ ਜਾਂਦੇ ਨੇ। ਕਿਸੇ ਵੀ ਕਿਸਾਨ ਕੋਲ, ਕਿਸੇ ਵੀ ਕਿਸਾਨੀ ਆਗੂ ਕੋਲ ਮੋਦੀ ਜੀ ਦਾ ਕੋਈ ਫੋਨ ਨੰਬਰ ਨਹੀਂ ਹੈਗਾ, ਜਿਸ ਫੋਨ ਨੰਬਰ ਤੇ ਘੰਟੀ ਮਾਰਨ ਦੀ ਗੱਲ ਉਹ ਮੋਦੀ ਸਾਹਿਬ ਕਰਦੇ ਸੀਗੇ। ਦੂਜੇ ਪਾਸੇ ਨਰਿੰਦਰ ਤੋਮਰ ਹੋਣਾ, ਜਿਹੜੇ ਖੇਤੀਬਾੜੀ ਮੰਤਰੀ ਨੇ, ਉਹ ਆਏ ਦਿਨ ਟੀਵੀ ਦੇ ਵਿੱਚ ਇੱਕ ਇੰਟਰਵਿਊ ਦੇ ਕੇ ਜਾਂ ਇੱਕ ਗੱਲਬਾਤ ਕਰਕੇ ਇਹ ਜ਼ਰੂਰ ਕਹਿੰਦੇ ਨੇ ਕਿ ਅਸੀਂ ਗੱਲਬਾਤ ਵਾਸਤੇ ਤਿਆਰ ਹਾਂ, ਪਰ ਕਾਨੂੰਨ ਵਾਪਸ ਨਹੀਂ ਹੋਣਗੇ। ਜਿਸ ਬੇਸ਼ਰਤੀ ਦੀ ਗੱਲ, ਬਿਨਾਂ ਸ਼ਰਤ ਗੱਲਬਾਤ ਦੀ ਗੱਲ ਦੋਨੋਂ ਪਾਸਿਆਂ ਤੋਂ ਰੱਖੀ ਜਾ ਰਹੀ ਹੈ, ਉਹਦੇ ਵਿੱਚ ਸ਼ਰਤ ਹਮੇਸ਼ਾ ਰੱਖੀ ਗਈ ਹੈ। ਜਦ ਕਿਸਾਨ ਗੱਲਬਾਤ ਦੀ ਗੱਲ ਕਰਨਾ ਚਾਹੁੰਦੇ ਨੇ ਤਾਂ ਇਹ ਕਹਿੰਦੇ ਨੇ ਵੀ 3 ਕਾਨੂੰਨਾਂ ਨੂੰ ਵਾਪਸ ਲੈਣ ਦੀ ਵੀ ਗੱਲਬਾਤ ਹੋਏਗੀ। ਦੂਜੇ ਪਾਸੇ ਭਾਜਪਾ ਅਗਰ ਕਿਸਾਨਾਂ ਨੂੰ ਇੱਕ ਆਫਰ ਦਿੰਦੇ ਨੇ ਗੱਲਬਾਤ ਦੀ, ਤੇ ਉਹ ਕਹਿੰਦੇ ਨੇ ਵੀ ਕਾਨੂੰਨ ਵਾਪਸ ਨਹੀਂ ਹੋ ਸਕਦੇ। ਯਾਨੀ ਦੋਨਾਂ ਨੂੰ ਥੋੜਾ ਪਿੱਛੇ ਹਟਣਾ ਪਏਗਾ। ਗੱਲਬਾਤ ਦਾ ਦੌਰ ਚੱਲੇਗਾ, ਉਸ ਗੱਲਬਾਤ ਦੇ ਵਿੱਚ ਕੋਈ ਹੱਲ ਨਿਕਲਦਾ ਜਾਂ ਨਹੀਂ ਨਿਕਲਦਾ ਉਹ ਤੇ ਚਲੋ ਅੱਗੇ ਚੱਲ ਕੇ ਦੇਖਿਆ ਜਾਏਗਾ। ਪਰ ਫਿਲਹਾਲ ਬਿਨਾਂ ਸ਼ਰਤ ਤੋਂ ਅਗਰ ਕੋਈ ਗੱਲਬਾਤ ਹੋਏਗੀ ਤਾਂ ਹੀ ਇਹ ਗੱਲਬਾਤ ਅੱਗੇ ਵੱਧ ਸਕਦੀ ਹੈ। ਦੂਜੇ ਪਾਸੇ ਕਿਸਾਨਾਂ ਨੇ ਜਿਹੜਾ ਸਾਰੀ ਆਪੋਜੀਸ਼ਨ ਪਾਰਟੀਜ਼ ਦੇ MPs ਨੂੰ ਜਿਹੜਾ ਅਲਟੀਮੇਟਮ ਦਿੱਤਾ ਹੈ, ਉਹ ਆਪਣੇ ਆਪ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਦ ਉਹਨਾਂ ਨੇ ਕਾਂਗਰਸ ਜਾਂ ਹੋਰ ਪੋਲੀਟੀਕਲ ਪਾਰਟੀਆਂ ਦੇ MPs ਨੂੰ ਕਿਹਾ ਹੈ ਕਿ ਜਦੋਂ ਇਹ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਏਗਾ, ਜੇ ਤੁਸੀਂ ਕਿਸਾਨੀ ਮੁੱਦਿਆਂ ਦੀ, ਕਿਸਾਨਾਂ ਦੇ ਹੱਕ ਦੀ ਗੱਲ
ਪਾਰਲੀਮੈਂਟ ਦੇ ਵਿੱਚ ਨਹੀਂ ਕੀਤੀ ਤੇ ਜਦ ਤੁਸੀਂ ਬਾਹਰ ਨਿਕਲੋਗੇ ਤੇ ਅਸੀਂ ਜੀ। ਤੁਹਾਡਾ ਘਿਰਾਵ ਕਰਾਂਗੇ, ਔਰ ਘਿਰਾਵ ਵੀ ਇਸ ਤਰੀਕੇ ਦਾ ਕਿ ਅਸੀਂ ਤੁਹਾਨੂੰ ਪਿੰਡਾਂ ਦੇ ਵਿੱਚ ਵੜਨ ਵੀ ਨਹੀਂ ਦੇਵਾਂਗੇ, ਔਰ ਤੁਹਾਨੂੰ ਪੁੱਛਾਂਗੇ ਕਿ ਅਸੀਂ ਤੁਹਾਨੂੰ ਵੋਟ ਦਿੱਤਾ ਸੀਗਾ, ਤੁਸੀਂ 7-8 ਮਹੀਨੇ ਤੋਂ ਸਾਡੇ ਸਮਰਥਨ ਦੀ ਗੱਲ ਕਰਦੇ ਸੀਗੇ, ਪਰ ਜਦ ਗੱਲ ਪਾਰਲੀਮੈਂਟ ਦੇ ਅੰਦਰ ਦੀ ਆਈ ਤੇ ਤੁਸੀਂ ਸਾਡਾ ਸਮਰਥਨ ਕਿਉਂ ਨਹੀਂ ਕੀਤਾ। ਇਸ ਗੱਲ ਦੇ ਉੱਤੇ ਇੱਕ ਪੋਲੀਟੀਕਲ ਕੰਟਰੋਵਰਸੀ ਤੇ ਛਿੜ ਗਈ ਹੈ ਕਿ ਐਮਪੀਜ਼ ਨੂੰ ਅਗਰ ਕਿਸਾਨ ਅਲਟੀਮੇਟਮ ਦੇ ਰਹੇ ਨੇ ਤੇ ਇਹ ਇੱਕ ਸਟੇਜ ਐਨਾਰਕੀ ਵੱਲ ਵੀ ਵੱਧ ਸਕਦੀ ਹੈ। ਪਰ ਚਲੋ ਕਿਸਾਨ ਇਹ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਵੋਟ ਦੇ ਕੇ ਐਮਪੀ ਬਣਾਇਆ ਸੀਗਾ, ਫਿਰ ਅਗਰ ਇਹ ਸਾਡੀ ਗੱਲ ਨਹੀਂ ਕਰਨਗੇ, ਜਿਹੜਾ ਇਹ ਸਾਨੂੰ ਪਾਰਲੀਮੈਂਟ ਦੇ ਬਾਹਰ ਵਾਅਦਾ ਕਰਦੇ ਨੇ ਕਿ ਅਸੀਂ ਤੁਹਾਡੀ ਗੱਲ ਉੱਥੇ ਰੱਖਾਂਗੇ। ਕਾਂਗਰਸ ਦੇ ਐਮਪੀ ਤੇ ਜੰਤਰ ਮੰਤਰ ਦੇ ਵਿੱਚ ਕਾਫੀ ਮਹੀਨਿਆਂ ਦੇ ਵਿੱਚ ਤੱਕ ਬੈਠੇ ਰਹੇ, ਉਹ ਕਿਸਾਨੀ ਸੰਘਰਸ਼ ਦੇ ਸਮਰਥਨ ਦੇ ਵਿੱਚ। ਹੁਣ ਉਹ ਗੱਲ ਅੰਦਰ ਜਾ ਕੇ ਕਿੰਨੀ ਕੁ ਹੁੰਦੀ ਹੈ, ਉਸ ਗੱਲ ਦੇ ਉੱਤੇ ਕਿਸਾਨਾਂ ਦੀ ਨਜ਼ਰ ਹੈਗੀ ਆ, ਔਰ ਮੈਨੂੰ ਲੱਗਦਾ ਨਹੀਂ ਕਿ ਇਸ ਗੱਲ ਦੇ ਵਿੱਚ ਕੋਈ ਬਹੁਤੀ ਗਲਤੀ ਹੈ ਜਦ ਉਹ ਕੋਈ ਅਲਟੀਮੇਟਮ ਆਪੋਜੀਸ਼ਨ ਦੇ ਐਮਪੀਜ਼ ਨੂੰ ਦਿੰਦੇ ਨੇ ਕਿ ਬਈ ਸਾਡੀ ਗੱਲ ਉੱਥੇ ਜ਼ਰੂਰ ਕਰੋ। ਇਹ 'ਚ ਕੋਈ ਦੋਰਾਵਾ ਨਹੀਂ ਕਿ ਰਾਜੇਵਾਲ ਨੇ ਨੌਜਵਾਨਾਂ ਨੂੰ ਇਸ ਵਾਰੀ ਕਿਹਾ ਕਿ ਐਰਕਾਂ 26 ਜਨਵਰੀ ਵਾਂਗ ਕੀਤੀ ਗਲਤੀ ਦੀਆਂ ਜ਼ਮਾਨਤਾਂ ਨਹੀਂ ਜੇ ਮਿਲਣੀਆਂ, ਸੰਭਲ ਕੇ ਰਿਓ। ਦਾ ਮਤਲਬ ਕਿਸਾਨ ਵੀ ਸਮਝਦੇ ਆ ਕਿ ਉਹ ਹਿੰਸਕ ਅੰਦੋਲਨ ਜਦੋਂ ਹੁੰਦਾ ਹੈ ਤੇ ਉਹਦੇ ਜਿਹੜੇ ਨੁਕਸਾਨ ਆ ਉਹਦੀ ਭਰਪਾਈ ਬਹੁਤ ਔਖੀ ਹੁੰਦੀ ਆ। ਸੋ ਉਹ ਬਹੁਤ ਸੰਵਿਧਾਨਕ ਦਾਇਰੇ 'ਚ ਰਹਿ ਕੇ ਅੱਗੇ ਵਧਣਾ ਚਾਹ ਰਹੇ ਆ, ਲੇਕਿਨ ਉਮੀਦ ਕੀਤੀ ਜਾਂਦੀ ਹੈ ਕਿ ਹਾਲਾਤ ਬੇਕਾਬੂ ਨਹੀਂ ਹੋਣਗੇ। ਅੱਜ ਜਦੋਂ ਨਵਜੋਤ ਸਿੰਘ ਸਿੱਧੂ ਇਸ ਗੱਲ ਦਾ ਜਸ਼ਨ ਮਨਾ ਰਹੇ ਹੋਣਗੇ ਮਨ ਹੀ ਮਨ 'ਚ, ਤਾਂ ਉਹਨਾਂ ਨੂੰ ਇਹ ਵੀ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਦੂਜੀ ਵਾਰੀ, ਮੈਨੂੰ ਯਾਦ ਹੈ, ਜੇ ਮੈਂ ਭਾਸਕਰ ਸਾਹਿਬ ਤੁਹਾਨੂੰ ਵੀ ਯਾਦ ਹੋਵੇ ਕਿਉਂਕਿ ਸਮਾਂ ਬਹੁਤ ਹੋ ਗਿਆ, ਅਸੀਂ ਲੰਬੀ ਗੱਲ ਨਹੀਂ ਕਰ ਸਕਦੇ, ਜਦੋਂ ਬਿਕਰਮ ਸਿੰਘ ਮਜੀਠੀਆ ਨਾਲ ਵਿਧਾਨ ਸਭਾ ਦੇ ਅੰਦਰ ਨਵਜੋਤ ਸਿੰਘ ਸਿੱਧੂ ਹੱਥੋਂ-ਪਾਈ ਤੱਕ ਪਹੁੰਚ ਚੱਲੇ ਸੀ, ਉਦੋਂ ਵੀ ਸੁੱਖੀ ਰੰਧਾਵੇ ਨੇ ਵਿੱਚ ਪੈ ਕੇ ਨਵਜੋਤ ਸਿੰਘ ਸਿੱਧੂ ਦਾ ਸਾਥ ਦਿੱਤਾ ਸੀ। ਉਦੋਂ ਵੀ ਇਕੱਲੇ ਪਏ ਸੀ ਸਿੱਧੂ, ਲੇਕਿਨ ਜਦੋਂ ਹੁਣ ਇਸ ਵਾਰੀ ਸਿੱਧੂ ਇੱਕ ਤਰ੍ਹਾਂ ਨਾਲ ਕਾਂਗਰਸ ਤੋਂ ਬਾਹਰ ਦਾ ਰਸਤਾ ਹੀ ਵੇਖ ਰਹੇ ਸੀ, ਉਦੋਂ ਫਿਰ ਸੁਖਜਿੰਦਰ ਸਿੰਘ ਰੰਧਾਵਾ ਤੇ ਬਾਕੀ ਜਿਹੜੇ ਬਾਗੀ ਮੰਤਰੀ ਸੀ ਉਹਨਾਂ ਵੱਲੋਂ ਦਿਖਾਏ ਤੇਵਰਾਂ ਨੇ ਉਹਨਾਂ ਨੂੰ ਮੁੱਖ ਧਾਰਾ 'ਚ ਵਾਪਸ ਲੈਣ ਦਾ। ਮੈਨੂੰ ਲੱਗਦਾ ਸਿੱਧੂ ਮਨ ਹੀ ਮਨ 'ਚ ਸੋਚਦੇ ਹੋਣੇ ਆ ਕਿ ਯਾਰ ਇਹ ਕੁਝ ਕੁਦਰਤ ਦਾ ਹਿਸਾਬ ਕਿਤਾਬ ਹੈ ਕਿ ਮੇਰੀ ਦੌੜ ਦੇ ਵਿੱਚ ਇਹ ਲੋਕ ਮੇਰੇ ਆਸਰੇ ਬਣਦੇ ਰਹੇ ਆ। ਸੋ ਅਗਲੇ ਦਿਨਾਂ 'ਚ ਸਮੀਕਰਨ ਹੋਰ ਵਿੰਗੇ ਟੇਢੇ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਬਹੁਤ ਮਿਹਰਬਾਨੀ। ਧੰਨਵਾਦ ਜੀ।